ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਬਾਰ-ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ ਹੈ, ਕਰਦਾ ਕੁਝ ਹੋਰ ਪਿਆ ਹੁੰਦਾ ਹੈ। ਵਿਚਾਰ ਦੇ ਅੰਦਰ ਕੁਝ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਝ ਹੋਰ ਪ੍ਰਗਟ ਕਰ ਰਿਹਾ ਹੁੰਦਾ ਹੈ। ਅੰਦਰ ਚਿੰਤਨ ਯਾਦਾਂ ਤੇ ਕੁਝ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ 'ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਉਹ ਨਹੀਂ ਹੈ। ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ, ਮਨੁੱਖ ਉਹੀ ਕੁਝ ਹੈ। ਮਨੁੱਖ ਜੋ ਕੁਝ ਕਰਦਾ ਰਹਿੰਦਾ ਹੈ, ਮਨੁੱਖ ਉਹ ਨਹੀਂ ਹੈ। ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ, ਮਨੁੱਖ ਉਹੀ ਕੁਝ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਹੈ, ਧਰਮ ਕਹਿੰਦਾ ਹੈ, ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਝ ਹੈ। ਜਿਸ ਨੂੰ ਬਾਰ-ਬਾਰ ਸੋਚਦਾ ਹੈ, ਜਿਸ ਦੇ ਬਾਰ-ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ ਹੈ, ਯਾਦ ਦਾ ਹਿੱਸਾ ਬਣ ਜਾਂਦਾ ਹੈ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ: ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ ਨੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ, ਮਨੁੱਖ ਉਹ ਨਹੀਂ ਹੈ। ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ, ਮਨੁੱਖ ਉਹੀ ਕੁਝ ਹੈ। ਮਨੁੱਖ ਉਹੀ ਕੁਝ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ। ਗੁਰਦੁਆਰੇ 'ਚ ਬੈਠ ਕੇ ਵੀ ਬੁਰਾ ਸੋਚ ਸਕਦਾ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਗੁਰਦੁਆਰੇ 'ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਕਿਸੇ ਧਾਰਮਿਕ ਸਥਲ ਦੇ 'ਚ ਬੈਠ ਕੇ, ਮੰਦਿਰ ਦੇ 'ਚ ਬੈਠ ਕੇ, ਮਸਜਿਦ ਦੇ 'ਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਸਿਰਫ ਪਰਮਾਤਮਾ ਨੂੰ ਪਤਾ ਹੈ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨਹੀਂ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਅੰਤਰਯਾਮੀ। ਭਾਈ ਗੁਰਦਾਸ ਇੱਕ ਪੰਕਤੀ ਵਿੱਚ ਕਹਿੰਦੇ ਨੇ, ਅੰਤਰ ਜਾਮੇ ਸੁਨ ਕੰਪਤ ਹੂੰ ਅੰਤਰਗਤ। हे ਪ੍ਰਭੂ, ਮੈਂ ਤੇ ਕੰਬ ਜਾਣਾ, ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ। ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ ਹਾਂ, ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ।
ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ, ਮਨੋਵਿਗਿਆਨਕ, ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ, ਦੁਨੀਆ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਝ ਵੀ ਨਹੀਂ ਰਹੇਗਾ। ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚਲਦੀਆਂ ਹੋਣ। ਮਨੋਚਿੰਤਕ ਤੇ ਕਹਿੰਦੇ ਨੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਹੈ। ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ ਹੈ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ। ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। तो मन दे तलते मनुख बिल्कुल सुतंत्र है, आजाद है। हाँ, मन ते निगाह परमात्मा दी, क्योंकि वो व्यापक है तो उदा वेखना भी व्यापक है, वो व्यापक है, उदा सुनना भी व्यापक है। देखत सुनत सदा है संगे, मैं मूर्ख जानिया दूरी रे। हर वक्त कोई मनुख किसी नूं नहीं देख सकता, कोई बच्चे हर वक्त मां बाप की निगाह थले नहीं आते, भरा की निगाह थले हर वक्त भरा नहीं आता, पति की निगाह के थले हर वक्त पत्नी नहीं आती, और पत्नी की निगाह के थले हर वक्त पति नहीं आता। पर सारे संसार के जीव परमात्मा की निगाह के थले ने, और हर वक्त सब कुछ उसकी निगाह के थले। देखत सुनत सदा है संगे, मैं मूर्ख जानिया दूरी रे। सब तो वड्डी सियाणप है, अकलमंदी है, नेड़े करके जानदा है। परमात्मा नेड़े है, देख रहे है, मैनू सुन रहे है। ये सब तो वड्डी अकलमंदी है, ये सब तो वड्डी दानशमंदी है, और ये सब तो वड्डी मूर्खता है कि रब किथे देखदा पिया। कानून दी ते पहुंच है कोई नहीं, समाज ते देखदा नहीं पिया ते रब नूं मनदा नहीं, वो किथे देखदा है। जो कुछ करना है कर। महाराज कहंदे ने प्रभ सब किछ जाने जिन तो किया। तू जो सोचदा रहिंदा है सब कुछ प्रभु नूं पता। नहीं पता होवेगा कानून नूं तो बच गया होवेगा, नहीं पता समाज नूं तेरी इज्जत मान मर्यादा बनी हुई है, लेकिन प्रभु नूं ते पता। परमात्मा दे बेशुमार गुणां दे चों एक गुण है कि वो वेख के अणडिठ करदा है। दोखन देखत हैं पर देत ना हारे। वो अपना हथ नहीं रोकदा भी इतना बुरा सोचदा रहिंदा, इहदे अंदर इतने बुरे विचार चलते रहिंदे ने, इतने बुरे ख्यालों का ये मालक, इहदी इतनी बुरी सोचनी, लेकिन फिर भी परमात्मा अपने हथ नहीं रोकदा। दोखन देखत हैं, देखदा पिया, पड़ोसी वेखदा भी नहीं ते ढंडोरा पिटदा, फलाना तो इंज है इंज है। देखिया भी कख नहीं, ढंडोरा पिटी जा रहा है। अज तक संसार का भ्रमण करदे आया एक अंदाजे नाल मैं कह सकदा सैकड़े मनुख मैनू ऐसे मिले होणगे जिन्हां ने कहा ज्ञानी जी तुहानू फलाणे बारे पता है, बड़ा अनर्थ कीता उसने। मैं कहा तू देखिया? कहंदा देखिया ते नहीं सुनिया। सुनिया सुनिया करीबन 99% मैनू वो मिले ने, जब मैं पूछया तू देखिया? कहंदा नहीं सुने।
फिर किसी होर ने भी ये गल कही तो भी तू देखिया नहीं, कहंदा सुने, सर्व सुने। देखिया भी नहीं, ढंडोरा पिट रहा है, परमात्मा देखदे होया भी खामोश खामोश। दोखन देखत है पर देत ना हारे। इस वास्ते असी अरदास विच ये शब्द ऐड कर दिते, जिन्ना वेख के अणडिठ कीता। महान वेख के अणडिठ करना ये परमात्मा वाला सुभाव है, ईश्वर वाला सुभाव है। वेख के अणडिठ कर सकता है कोई स्नेह दे च, कोई प्रेम दे च, उंज नहीं कर सकता। गलतियां ते देखियां ने बच्चे दियां, पर मां पड़दा पांदी है, छुपांदी है, किसी होर नूं ना पता चले। स्नेह स्नेह भुलां ते देखियां ने, कुछ अनर्थ ते देखिया है भरा दा मित्र दा, पर मित्र छुपांदा है, पड़दा पांदा है। भरा छुपांदा है, पड़दा पांदा है, प्यार है। आम हालत विच मनुख वेखदा भी नहीं, ढंडोरा पिटदा है। एक प्यार ही इस वास्ते इसनूं कह दिता गया रब वर्गा ही है। प्यार वेखदा भी है तो खामोश हो जाता है, नजरअंदाज कर देता है। और एक हकीकत है, मीरा ते साफ कहंदी है, हे प्रभु जे तू मेरे औगण गिणन लग पवे फिर ते तेरा मिलना कदी हो ही नहीं सकता, हो ही नहीं सकता। प्रभु जो हमरे दोख मत हृदय धारो। हे प्रभु तेरे सुभाव का पता है, तू मेरे दोखा नूं नहीं देखेगा, न हृदय विच धारण करेगा। कलगीधर पातशाह ते कहंदे ने, ऐसा सुभाव केवल परमात्मा दा है, दोखन देखत हैं पर देत ना हारे। देखदा है, ये अवस्था मनुख दी बन सकती है जिस दिन सारे संसार नाल प्यार हो जाए, ते सारे संसार नाल प्यार उसे नूं भगती कहंदे ने, प्रेमा भगती। परमात्मा नाल प्यार, सारे संसार नाल प्यार। पूरन प्रेम प्रतीत सजे ब्रत गोड़, मड़ी मठ भूल न मान। पूरन प्रेम जिहदी सारी पूर्णता आ गई, परमात्मा आ गया, इसनूं भगती कहंदे ने। जिस दिन मनुख भगत हो जाता है, उसकी अवस्था की बन जाती है। धन गुरु नानक देव जी महाराज प्रमाण करते हैं, हम नहीं चंगे बुरा नहीं कोई, प्रणवत नानक तारे सोए। साडा कोई दावा नहीं कि मैं चंगा, मेरा कोई कहना नहीं कि कोई बुरा है, कोई बुरा है। मैं चंगा हाँ, मैं चंगा हाँ, भगत दा यह दावा ही खत्म हो जाता है। कोई बुरा है, कोई बुरा है, ऐसा भगत दा कहना ही खत्म हो जाता है। ये भगत दी पहचान और हकीकत है। परमात्मा की दृष्टि च कोई बुरा भला नहीं है। गन्ने दे च रस पा दिता है परमात्मा ने, अमृत है। संतरे दा रस, अंगूरां दा रस अमृत है। और इस अमृत नूं मनुख चाहे तो जहर बना सकता है, शराब बना लेगी। रस ते मिठा सी, अंगूरां दा कौड़ा हो गया। रस ते स्वादिष्ट सी, मिठा सी, संतरे दा कौड़ा हो गया। रस ते मिठा सी, गन्ने दा कौड़ा हो गया। मिठे नूं मनुख कौड़ा कर सकता है, अमृत नूं मनुख जहर बना सकता है। मनुख कोल ये तौफीक है, शराब नूं ही देख लो। मनुख ने मिठे नूं कौड़ा कर दिता है, तरका के।
ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੌਫੀਕ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਸੰਖਿਆ ਜ਼ਹਿਰ ਹੀ ਆਉਂਦੀ ਹੈ। ਹਕੀਮ ਵੈਦ ਇਹਨੂੰ ਮਾਰ ਕੇ ਇਸ ਦਾ ਕੁਸ਼ਤਾ ਬਣਾ ਲੈਂਦੇ ਨੇ, ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇਹ ਤੇ ਪੀਣ ਦਾ ਢੰਗ ਹੈ, ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ, ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ, ਸਾਰਾ ਸੰਸਾਰ ਜ਼ਹਿਰ ਹੈ। ਇਹ ਤੇਰੇ ਤੇ ਮੁਨਸਰ ਹੈ, ਤੂੰ ਜ਼ਹਿਰ ਦੇ ਚ ਜੀਵਣਾ ਹੈ ਕਿ ਅੰਮ੍ਰਿਤ ਦੇ ਚ ਜੀਵਣਾ। सत्संग इस वास्ते है, और आज तक बड़े बड़े अवतारी पुरुष महज इसलिए आए कि मनुख चुनाव ठीक कर सके, मनुख चोण ठीक कर सके। अक्सर मनुख चुनाव गलत कर लेंदा, जिंदगी सारी गलत हो जाती है। जितने जिंदगी ਦੀ ਤਾਰੀਕੀ ਹੋਵੇਗੀ, ਅਗਿਆਨ ਹੋਵੇਗਾ, ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ। ਫਿਰ ਤਾਰੀਖ ਮਨੁੱਖ ਦਾ ਸੰਬੰਧ ਵੀ ਤਾਰੀਕੀ ਨਾਲ ਹੁੰਦਾ ਹੈ, ਰਾਤ ਨਾਲ ਹੁੰਦਾ ਹੈ। ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ, ਰਾਤ ਦੀ ਤਾਰੀਕੀ ਨੂੰ ਉਜਵਲ ਕਰਕੇ ਜੂਏ ਖਾਨੇ 'ਚ ਬੈਠਾ ਹੋਵੇਗਾ, ਵੈਸ਼ਿਆਲੇ 'ਚ ਬੈਠਾ ਹੋਵੇਗਾ। ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਮੰਦਰ ਉਸ ਨੂੰ ਕਹਿੰਦੇ ਨੇ ਜਿਸ ਦਾ ਦੁਆਰ ਸਵੇਰੇ ਖੁੱਲਦਾ ਹੈ, ਅੰਮ੍ਰਿਤ ਵੇਲੇ ਖੁੱਲਦਾ ਹੈ, ਜਿੱਥੇ ਸਵੇਰੇ ਘੜਿਆਲ ਵੱਜਦਾ ਹੈ, ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ, ਉਹ ਤੇ ਬੇਸ਼ਤਰ ਜਗ੍ਹਾ ਉਂਝ ਹੀ ਬੰਦ ਹੋ ਗਈ। ਪਤਾ ਹੈ ਕਿਉਂ? ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਦੀ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕੀ ਨਹੀਂ ਹੈ, ਕੋਈ ਲੈਣ ਵਾਲਾ ਨਹੀਂ। कि मार्केट विच ये चीज किन्ने चिर तक पई रहेगी, कोई लैण वाला ही नहीं, कोई ग्राहक ही नहीं है, कीमत भी गिरती जाएगी। यकीन जानो आज धर्म जितना बेकीमत हो गया है, कोई चीज इतनी बेकीमत नहीं, ये भी मैं अर्ज करते हैं। हकीकत है, सच्चाई है, जबकि उस तो वड मुल्ला होर कुछ भी नहीं है। वस्तु बहुत पई है, ग्राहकी नहीं है, कीमतां गिर जाणगियां, बिल्कुल ग्राहकी नहीं है। वो वस्तु एक दिन मार्केट तो ओझल हो जाएगी, आउट ऑफ मार्केट हो जाएगी, नहीं रह सकती। चर्च ते उन्हां दे दरवाजे ते बथेरे बंद हो गए ने, कईयां दे ते दीवा बत्ती भी नहीं होंदी, ये भी मैं अर्ज करते हैं। भारत देश भी बहुते मंदिरां दे सिर कल्ला पुजारी बैठा रहता है, बड़ियां बड़ियां बिल्डिंगां गुरुद्वारियां दी मजाल है, अमृत वेले कोई एक मनुख गुरु नाल जुड़न दी उमंग रखदा होवे, तड़प रखदा होवे। हर चीज दी अपनी रुत है, हर चीज दा अपना समा है, नाम बीजण का भी समय है। अमृत वेला सच नाम वडियाई विचार, वो तो खो गया।
ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੀ ਨੇਤ ਅਤਕੀ ਦਾਸ ਦਾ 3 ਦਿਨ ਦਾ ਪ੍ਰੋਗਰਾਮ ਰੀਨੋ ਵਿੱਚ ਸੀ। ਮੈਂ ਪਹਿਲੀ ਦਫਾ ਗਿਆ। ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸ ਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ ਕਿਹੜੇ ਚੱਕਰ 'ਚ ਪਏ, ਸਭ ਜੂਏ ਖਾਨੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏ ਖਾਨੇ ਨੇ। ਕਹਿਣ ਲੱਗੇ ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ ਨਾ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ ਹੈ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ। ਮਜਬੂਰੀ ਹੈ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫਾ ਦੇਖਿਆ। ਦੇਖੇ ਦੇ ਸ਼ਹਿਰ ਬੜਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨੇ, ਔਰ ਬੜੀ ਭੀੜ, ਬੜੀ ਭੀੜ। हैरानगी लिए पता नहीं किस तरह एक माहौल है कि उन्होंने जूए खानियां दे विचकार एक चर्च भी बनया होया है। दरवाजे बंद पे, किधरे इतवार नूं खुलदा है, एक दो बंदे भुल्ले बिसरे चले जाते हैं। मनुख दी जिंदगी इतनी रात हो गई है, रात नाल संबंध जुड़ रहे हैं, दिन नाल नहीं, अमृत वेले नाल। जीवन इतना अंधकारमयी हो गया है, मन खुद रात हो गया है, दिन नहीं रहा, प्रकाश नहीं रहा। जिन्हां दी जिंदगी उज्जवल सी, प्रकाशमयी सी, उन्हां दी आत्मा चो धर्म मंदिरां दा जन्म होया है, अमृत वेले दा जन्म होया है। संख नगारे, घड़ियाल, बांग, पूजा पाठ का जन्म होया है। उन्हां लोगों ने इसनूं जन्म दिता, पर सहजे सहजे दूजी तादाद वधदी जा रही है, वधदी जा रही है। मंदिर बेरौनक होंदे जा रहे हैं, जूए खानियां दी रौनक वधदी जा रही, वेश्यालियां दी रौनक वधदी जा रही है, क्लबां थिएटरां दी रौनक वधदी जा रही। कारण बाहर सिर्फ वेखना होंदा है ते वेख के रस लेना होंदा है। धर्म बारे यह है कि अखां मीट ते ध्यान अंदर ले जा, औखा काम, औखा काम। स्वामी रामानंद दा भावें इक्को ही शब्द है धन गुरु ग्रंथ साहब जी महाराज दे अंदर बसंत राग दे, बड़ा सार्थक है, बड़ा कीमती है। वो कहते ने कत जाइए रे घर लागो रंग, किथे जावां मैं, घर दे च ही रंग लग गया, भटकना मिट गई है। कत जाइए रे घर लागो रंग, मेरा चितना चलत मन भयो पंग। यादां जद बाहर चलन तो मन भटक रहा है, सोचनी जद बाहर जावे तो मन भटक रहा है, विचार जद बाहर मुखी होवन तो मन बाहर भटक रहा है। हर वक्त मन बाहर भटकता है कि बाहर किस तरह भटकता है, समय दे भटकता है, वक्त दे भटकता है, काल दे भटकता है। गुजरे हुए समय दियां यादां दे चले जांदा है, आने वाले समय दी चिंता दे चला जांदा है। मनुख जिथे बैठा होवेगा है मन अकाल दा हिस्सा, मन तू जोत स्वरूप है अपना मूल पछाण, है ते अकाल दा हिस्सा, भटकदा काल दे है। मन अकाल हो सकता है ते काल दा रूप भी हो सकता है। अगर काल दे
भटकदा रहा तो बार बार शरीर मिलता रहेगा। इसे नूं कहंदे ने आवागमन, बार बार जमदा रहेगा, मरदा रहेगा, जमदा रहेगा, ये बार बार वाहन इसनूं मिलेगा। जितने चिर तक मन अचेत है सिलसिला चलता रहेगा। हुणे कीर्तन दे एक पंक्ति आई सी, मिटियो अंधेर मिलत हर नानक, जन्म जन्म की सोई जागी। शरीर रात नूं सौ जांदा है, सवेरे जाग पैंदा है। ये मन ते कई जन्मां दा सुत्ता पिया, ये भी मैं पता नहीं कितने जन्मां दा। मिटियो अंधेर मिलत हर नानक, जन्म जन्म की सोई जागी। शरीर सवेरे घरों निकलिया, शाम नूं वापस आंदा है। ये मन ते अपने घर तो पता नहीं कितने जन्मां दा निकलिया, वापस जाना ही भुल गया। आवाज मारदे ने धन गुरु नानक गुरु तेग बहादुर साहब जी महाराज, मेरे मन परदेसी वे प्यारे आओ घरे। किथे तक भटकेगा, किथे तक भटकेगा। जब कोई कहता है मेरा मन इत्थे नहीं टिकदा, ये तेरा घर ही नहीं है। किधरे भी मन टिकदा नहीं, क्योंकि मन का वो घर ही नहीं है। ये अपने घर ही टिक सकता है। कोई पदार्थ, कोई रंग रूप, कोई पसारा, कोई प्रभता मन का घर नहीं है। मन का घर प्रभु है। कोई पदार्थ मन का घर नहीं है। पदार्थ तन की लोड़ है। ते तन की लोड़ नूं जद मन अपनी लोड़ बना लैंदा ते इसे नूं लोभ कहंदे ने, इसे नूं लोभ कहंदे ने। पदार्थ ते तन की लोड़ सी, इसनूं इसने अपनी मन की लोड़ बना लिया। बड़े ध्यान नाल सुनना। और मन का उसदे च कोई रजेवा नहीं। हाँ, तन की तृप्ति हो सकती है। भोजन तन की लोड़ है, पर मन ने अपनी लोड़ बना रहा है। बार बार याद आ रहा है, ऐ खा लवां, ओ खा लवां, ओ खा लवां। क्योंकि तन की लोड़ सी, भुख भी नहीं लगी कि मन याद करी जा रहा है तरह तरह के पकवानां नूं। मैं उस दिन भी अर्ज की सी, लोड़ां मनुख दियां सीमत ने, लोभ की कोई सीमा नहीं है। भुख की सीमा है, स्वाद की कोई सीमा नहीं है, कोई सीमा नहीं। तन दियां लोड़ां नूं जद मनुख मन अपनी लोड़ बना लैंदा है, उसे नूं वासना कहंदे ने। गुस्ताखी माफ, दो शब्द बर्दाश्त कर लेना। काम तन की लोड़ है, मन की नहीं। जद मन अपनी लोड़ बना लैंदा है, वासना बन जाता है। पदार्थ तन की लोड़ है, मन की नहीं। जद मन अपनी लोड़ बना लैंदा, इसनूं लोभ कहंदे ने। शक्ति, ताकत, प्रभता, ये बाहर की कोई सहूलतां वास्ते चाहिए होनी है तन। लेकिन जद मन अपनी लोड़ बना लैंदा है, ये हंकार बन जाता है, प्रबल हंकार बन जाता है। जो सिर्फ तन की लोड़ है, मन ने अपनी लोड़ बना लिया, कि जब प्राप्त हो जाता है मन की तृप्ति नहीं, तृप्ति नहीं। एक निर्धन ते निर्धन है, चोटी का धनवान भी निर्धन है। ये भी मैं अर्ज करते हैं, इस चक्कर च ना पैना। बड़े बड़े राजे महाराजे जद भिक्षु बनते हैं, या किसी भिक्षु के अगों हथ जोड़ के खड़े होंदे ने, उदों हैरानगी आउंदी, लै हैगे ते राजे महाराजे, ये करदे की पे। गुरु नानक इसका जिक्र भी करते हैं, रोवे राजे कन्न पड़ाए, घर घर मांगे बिखिया जग। हैगे ते शहनशाह सन, लेकिन पता चलिया कि तन की लोड़ से में मन की लोड़ बनाई। पदार्थ तन की लोड़ ने, जब मन की लोड़ बना लईए, मन नहीं टिकता। किसी राज सिंघासन से मन नहीं टिकता, तन नहीं बैठता। किसी पदार्थ विच मन नहीं टिकता, सिर्फ तन नहीं जुड़ता। ये भी मैं अर्ज करां। किसी रूप विच मन नहीं बैठता, सिर्फ भक्ति है, भक्ति है। मन की लोड़ नहीं है। मन की लोड़ परमात्मा है, मन की लोड़ प्रभु है, प्रभुता नहीं है।
मन दी लोड़ राम है, काम नहीं है। मन दी लोड़ परमात्मा है, पदार्थ नहीं है। मनन दी लोड़ प्रभु है, प्रभुता नहीं है। जब कोई प्रभुता नूं, पदार्थ नूं, काम नूं अपने मन दी लोड़ बना लैंदा है, भटकना वध जांदी है, वध जांदी है, भटकना वध जांदी है। क्योंकि वो टिकदा नहीं, वो किधरे भी टिकदा नहीं। मन भटकदा है काल दे विच, समय दे विच, गुजरे हुए समय दीयां यादां दे विच भटकदा है। मन नूं भटकण वास्ते कोई अस्थान नहीं चाहिदा, जगह नहीं चाहिदी। जगह चाहिदी है तन नूं, दौड़न भजन वास्ते, काम करन वास्ते अस्थान चाहिदा है तन नूं, मन नूं नहीं चाहिदा। मन ते 4 फुट दी जगह च भी बंदा बैठा है, मन हजारां मील दी वाट तय करेगा। वो समय च भटकदा है, वो वकत दे च भटकदा है। गुजरे हुए समय दियां यादां दे च भटकेगा। तुसीं आखोगे क्यों भटकदा है? यादां दे च क्यों भटकदा है? कुछ मिलिया सी, बड़ी खुशी मिली सी मिल के, कुछ मन भावंदा मिलिया सी, बड़ी खुशी मिली, फिर बिछड़ गया, बड़ी चोट लगी, बड़ा दुख होया। यादां किस दी आउंदियां ने? दुख सुख दियां। जद मनुख कोई यादां दे च बैठा होवे, या सुखां नूं याद कर रहा होवेगा या दुखां नूं, और की याद करदा है, और की याद करदा है। बगौर मुताला कर लेना। आप सारे सियाणे बैठे हो। कुछ मिलिया सी, कुछ भी मिलिया सी, कोई पदार्थ मिलिया सी, मित्र मिलिया सी, पुत्र मिलिया सी, भरा मिलिया सी, कोई प्रभुता मिली सी, कुछ भी मिलिया सी, मिल के बड़ी खुशी हुई सी, याद आउंदी है, फिर बिछड़ गई। समय विच जो कुछ भी मिलता है बिछड़दा है, कुछ भी मिलता है। ये जीवन में मिले है बिछड़ेगा, जवानी मिली है बिछड़ेगी, बचपना मिलिया बिछड़ गया। मिलना बिछड़ना, मिलना बिछड़ना इस समय का सुभाव है, काल का सुभाव है। मिलिया सी, बड़ी खुशी मिली, याद आउंदी है, बिछड़ गया, बड़ी चोट लगी, बड़ा दुख होया, याद आउंदा है। यादां दुख सुख दियां आउंदियां ते यादां दा संबंध गुजरे हुए समय नाल हुंदा है। उंज समा इक्को ही है, कदी चक्कर च ना पैना कि समय दे कोई 3 रूप ने। मनुख करके समा दा ये विभाजन हो जाता है, वंड हो जाती है। भूत भविष्य वर्तमान असी कह देंगे हैं, माजी हाल मुस्तकबिल असी कह देंगे हैं। उंज समा एक है, परमात्मा की दुनिया समा एक है। मेरे करके कुछ जिहड़ा गुजरा होया समा है, वह मेरा भूतकाल है, आने वाला भविष्य है, जो सामने है वर्तमान है। ये मेरे करके, मैं नहीं हाँ तो समा तो इको ही है। उम्मीद है गल पकड़ दे चाह गई। समय दे कोई 3 रूप नहीं, मनुख करके 3 रूप हो जाते हैं। मेरा कुछ गुजरिया होया समा है, मेरा कुछ आने वाला समा, उन समा इको है। मन चला जाता है गुजरे हुए समय दियां यादां विच, ते यादां विच की आउंदा है? दुख ते सुख। कदी दुखां नूं याद करदा, कदी सुखां नूं। फिर मन चला जाता है आने वाले समय। क्यों? आने वाले समय की चिंता है। हुण जो कुछ मिलिया होया है किधरे चला ना जाए, चिंता है। पहले तो इस तरह होया, जो मिलिया बिछड़िया, जो मिलिया बिछड़िया। बचपना मिलिया चला गया, जवानी मिली चली गई। जीवन विच मनुख नूं बहुत कुछ मिलता है और जाता है, पता नहीं कितना कुछ मिले और कितने मिले बिछड़े। बाबा फरीद अपने आप को इंज समझाते हैं, फरीदा किथे तैडे मां पिया, जे नहीं तू जणिया, कल ते तेरी मां है सी अज कोई नहीं। 5 साल ते पिता है सी अज कोई नहीं।
10 ਸਾਲ ਪਹਿਲੇ ਮਾਂ ਹੈ ਸੀ, ਅੱਜ ਕੋਈ ਨਹੀਂ। ਫਰੀਦਾ ਕਿੱਥੇ ਤੇਡੇ ਮਾਂ ਪਿਆ, ਜਿੰਨੀ ਤੂੰ ਜਣਿਆ ਤੈਂ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਣਿਆ। ਮਨ ਭਟਕਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ। ਯਾਦਾਂ ਦੁੱਖ ਸੁੱਖ ਦੀਆਂ ਹੁੰਦੀਆਂ, ਕੁਝ ਮਿਲਿਆ ਸੀ, ਮਿਲ ਕੇ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ। ਵਿਛੜ ਗਿਆ, ਵਿਛੜ ਕੇ ਚੋਟ ਲੱਗੀ, ਯਾਦ ਆਉਂਦੀ ਹੈ। ਮਨ ਚਲਾ ਜਾਂਦਾ ਹੈ ਚਿੰਤਾ ਦੇ, ਭਵਿਸ਼ ਦੀ ਚਿੰਤਾ, ਆਉਣ ਵਾਲੇ ਸਮੇਂ ਦੀ ਚਿੰਤਾ। ਹੁਣ ਜੋ ਮਿਲਿਆ ਹੋਇਆ ਹੈ ਕਿਧਰੇ ਵਿਛੜ ਨਾ ਜਾਏ, ਔਰ ਹੁਣ ਜੋ ਕੁਛ ਮੈਂ ਚਾਹਨਾ ਕਿਧਰੇ ਐਸਾ ਨਾ ਹੋਵੇ ਕਿ ਨਾ ਮਿਲੇ, ਨਾ ਮਿਲੇ। ਚਿੰਤਾ। ਜੋ ਕੁਛ ਮਿਲਿਆ ਹੋਇਆ ਹੈ ਕਿਧਰੇ ਐਸਾ ਨਾ ਹੋਵੇ ਚਲਾ ਜਾਏ, ਚਿੰਤਾ। ਜੋ ਕੁਛ ਮੈਂ ਚਾਹਨਾ ਐਸਾ ਨਾ ਹੋਵੇ ਕਿਧਰੇ ਨਾ ਮਿਲੇ, ਚਿੰਤਾ। ਮਨ ਜਾਂ ਤੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਾਹੁੰਦਾ ਹੈ, ਦੁੱਖ ਸੁੱਖ ਦੇ ਚਾਹੁੰਦਾ ਹੈ, ਜਾਂ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਾਹੁੰਦਾ ਹੈ। ਹੁਣ ਜੋ ਕੁਛ ਹੈ, ਹੁਣ ਇਹ ਜੀਵਨ ਹੈ, ਕਿਧਰੇ ਚਲਾ ਨਾ ਜਾਏ। ਕਬੀਰ ਸਮਝਾਉਂਦੇ ਨੇ, ਪਾੜੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਕਿਹੜੇ ਚੱਕਰਾਂ 'ਚ ਪਿਆ ਤੂੰ? ਜੋ ਪੜੋਸੀ ਦੇ ਘਰ ਹੋਇਆ ਤੇਰੇ ਨਾਲ ਵੀ ਹੋਣਾ। ਕਿਹੜੇ ਚੱਕਰਾਂ 'ਚ ਪਿਆ ਤੂੰ? ਤੂੰ ਕਿਤਨਾ ਵੀ ਆਪਣੇ ਆਪ ਨੂੰ ਸਮਝਾ ਲੈ, ਪੜੋਸੀ ਨਾਲ ਹੋਇਆ ਮੇਰੇ ਨਾਲ ਨਹੀਂ ਹੋਣਾ। ਉਹਦੀ ਅਰਥੀ ਉੱਠੀ ਹੈ, ਮੇਰੀ ਨਹੀਂ ਉੱਠੇਗੀ। ਉਹ ਬੁੱਢਾ ਹੋਇਆ ਮੈਂ ਨਹੀਂ ਆਵਾਂਗਾ। ਕਬੀਰ ਕਹਿੰਦੇ ਨੇ, ਇਸ ਚੱਕਰ 'ਚ ਪੈ ਹੀ ਨਾ। ਪੜੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਕਹਿੰਦੇ ਨੇ ਮਨ ਟਿਕ ਗਿਆ, ਮਨ ਭਗਵਾਨ ਵਿੱਚ ਟਿਕ ਗਿਆ, ਸਮਾਂ ਮਿਟ ਗਿਆ, ਕਾਲ ਮਿਟ ਗਿਆ। ਇਸੇ ਨੂੰ ਟਿਕਾਓ ਕਹਿੰਦੇ ਨੇ। ਹੋਰ ਮਨ ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਨਹੀਂ ਟਿਕੇਗਾ। ਨਾ ਪਰਿਵਾਰ ਵਿੱਚ ਟਿਕੇਗਾ, ਨਾ ਕਾਰੋਬਾਰ ਵਿੱਚ ਟਿਕੇਗਾ, ਨਾ ਪਦਾਰਥਾਂ ਵਿੱਚ ਟਿਕੇਗਾ। ਕੋਈ ਵੀ ਮਨੋਰੰਜਨ ਹੋਵੇ ਉਹ ਉਤਨੇ ਚਿਰ ਤੱਕ ਹੀ ਮਨ ਦਾ ਪਰਚਾਵਾ ਹੋ ਸਕਦਾ ਹੈ ਜਿਤਨੇ ਚਿਰ ਤੱਕ ਮਨ ਦੀ ਦੁਨੀਆ 'ਚ ਉਹ ਪੁਰਾਣਾ ਨਹੀਂ ਹੋਇਆ। ਤੇ ਪੁਰਾਣੇ ਤੇ ਨਵੇਂ ਦਾ ਫਾਸਲਾ ਕਿਤਨਾ ਹੈ ਪਤਾ ਹੈ? ਜੋ ਨਹੀਂ ਦੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਹੰਡਾਇਆ ਨਵਾਂ ਹੈ, ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਨਵੇਂ ਪੁਰਾਣੇ ਦਾ ਕੋਈ ਬਹੁਤ ਫਾਸਲਾ ਨਹੀਂ ਹੈ। ਤੇ ਮਨ ਨੂੰ ਨਿਤ ਨਵਾਂ ਚਾਹੀਦਾ ਹੈ, ਪੁਰਾਣੇ ਨਾਲ ਸਹਿਮਤ ਨਹੀਂ ਹੁੰਦਾ। ਚਲੋ ਇੱਕ ਉਦਾਹਰਣ ਮੈਂ ਦੇ ਦਿਆਂ। ਇੱਕ ਮਹਾਨ ਕਵੀ ਹੋਵੇ ਤੇ ਉਹਦੀ ਕਵਿਤਾ ਬੜੀ ਬੁਲੰਦ ਪਾਇਆ ਹੋਵੇ, ਉਹ ਤੁਹਾਨੂੰ ਇੱਕ ਦਫਾ ਸੁਣਾਵੇ, ਬੜਾ ਰਸ ਆ ਗਿਆ। ਸਾਰੇ ਕਹਿੰਦੇ ਨੇ ਬੜਾ ਰਸ ਆਇਆ, ਬੜਾ ਆਨੰਦ ਆਇਆ। ਕਵਿਤਾ 'ਚ ਬੜੀ ਜਾਨ ਸੀ, ਕਵਿਤਾ 'ਚ ਬੜੀ ਗੱਲ ਸੀ। ਸਾਰਿਆਂ ਨੂੰ ਰਸ ਵਿਭੋਰ ਦੇਖ ਕੇ ਜੋ ਕਵੀ ਕਹਿ ਦੇਵੇ, ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ, ਕਿਉਂਕਿ ਤੁਹਾਨੂੰ ਰਸ ਆ ਰਿਹਾ, ਇਸ ਵਾਸਤੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ। ਯਕੀਨ ਜਾਣੋ ਅੱਧਾ ਰਸ ਖੋ ਗਿਆ, ਖੋ ਗਿਆ, ਅੱਧਾ ਖੋ ਗਿਆ। ਪਰ ਉਹ ਕਵੀ ਜ਼ਰਾ ਢੀਠ ਕਿਸਮ ਦਾ ਹੋਵੇ ਤੇ ਆਖੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਣੀ ਹੈ, ਤੀਜੀ ਦਫਾ। ਕਈ ਸੋਚਣਗੇ ਬੰਦਾ ਠੀਕ ਠਾਕ ਵੀ ਹੈ ਕਿ ਨਹੀਂ। ਇੰਜ ਕਹਿ ਲਓ 90% ਰਸ ਖੋ ਗਿਆ। ਤੇ ਜੇ ਉਹ ਹੁਣ ਆਖੇ, ਕਿਉਂਕਿ ਤੁਸੀਂ ਬੜੇ ਟਿਕਾਓ ਨਾਲ ਪਏ ਸੁਣਦੇ, ਹੁਣ ਮੈਂ ਤੁਹਾਨੂੰ ਚੌਥੀ ਦਫਾ ਸੁਣਾਣਾ, ਰਸ ਬਿਲਕੁਲ ਖੋ ਗਿਆ। ਤੇ ਜੇ ਕਿਧਰੇ ਉਸਨੇ ਕਹਿ ਦਿੱਤਾ ਹੁਣ ਮੈਂ ਤੁਹਾਨੂੰ ਪੰਜਵੀਂ ਦਫਾ ਸੁਣਾਣਾ, ਸਾਰਿਆਂ ਨੇ ਕਹਿਣਾ ਦੀਵਾਰਾਂ ਨੂੰ ਸੁਣਾ ਸੀ ਚਲੇ, ਪਾਗਲ ਲੱਗਦਾ ਕਿਧਰੇ, ਹੱਦ ਹੋ ਗਈ। ਪਹਿਲੇ ਮਹਾਕਵੀ ਤੇ ਮਹਾਕਵੀ ਤੋਂ ਹੁਣ ਪਾਗਲ। ਮਹਾਕਵੀ ਸੀ, ਕਵਿਤਾ ਨਵੀਂ ਪ੍ਰਤੀਤ ਹੋਈ, 5 ਦਫਾ ਸੁਣਨ ਨਾਲ ਬਿਲਕੁਲ ਪੁਰਾਣੀ ਹੋ ਗਈ, ਬਿਲਕੁਲ ਪੁਰਾਣੀ, ਸਭ ਕੁਝ ਖੋ ਗਿਆ। ਸੰਸਾਰ ਵਿੱਚ ਐਸਾ ਕੁਝ ਵੀ ਨਹੀਂ ਜੋ ਪੁਰਾਣਾ ਨਾ ਹੋਵੇ। ਕਿਧਰੇ ਵੀ ਮਨ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਜੋ ਨਹੀਂ ਮਿਲਿਆ ਨਵਾਂ ਹੈ, ਮਿਲਦਿਆਂ ਹੀ ਪੁਰਾਣਾ ਹੋ ਜਾਂਦਾ ਹੈ।
ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਜਾਂਦਾ ਹੈ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਮਨ ਨੂੰ ਨਿਤ ਨਵਾਂ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਹੈ ਕਦੇ ਪੁਰਾਣਾ ਨਹੀਂ ਆਉਂਦਾ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ। ਭਗਤ ਕਹਿੰਦੇ ਨੇ, ਇੱਕ ਦਿਨ ਦੀ ਗੱਲ ਨਹੀਂ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ ਹੈ, ਦੂਜੇ ਸੈਕਿੰਡ ਦੇ ਚ ਉਹ ਰਸ ਹੋ ਰਿਹਾ, ਤੀਜੇ ਸੈਕਿੰਡ ਦੇ ਚ ਰਸ ਹੋ ਰਿਹਾ, ਔਰ ਉਹ ਰਸ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਉਹ ਸਾਹਿਬ ਨਿਤ ਨਵਾਂ ਹੈ, ਨਿਤ ਨਵਾਂ ਹੈ। ਕਿਸੇ ਵੀ ਕਵਿਤਾ ਨੂੰ, ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ, ਬਾਰ-ਬਾਰ ਸੁਣਨ ਨਾਲ ਰਸ ਹੋ ਜਾਏਗਾ, ਪਰ ਬਾਰ-ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਕਿਉਂ? ਉਹ ਸਾਹਿਬ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਕਿਉਂਕਿ ਸਾਹਿਬ ਪਦਾਰਥ ਨਹੀਂ ਹੈ, ਪਰਮਾਤਮਾ ਹੈ, ਨਿਤ ਨਵਾਂ ਹੈ। ਸਤ ਪਰਮੇਸ਼ਰ ਨਿਤ ਨਵਾਂ। ਜੋ ਪੁਰਾਣਾ ਹੋ ਜਾਂਦਾ, ਇਸ ਦਾ ਤੇ ਬੋਧ ਹੈ ਥੋੜਾ ਬਹੁਤ। ਕੁਝ ਚੋਟੀ ਦੇ ਮਹਾਨ ਸ਼ਾਇਰਾਂ ਨੇ ਖੁਦਕਸ਼ੀ ਵੀ ਕਰ ਲਈ, ਜੈਸੇ ਨੰਦ ਲਾਲ ਨੂਰਪੁਰੀ ਨੇ। 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ, ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ, ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ। ਅੰਮ੍ਰਿਤਸਰ ਦਾ ਵਾਸੀ, ਬੜਾ ਵੱਡਾ ਚਿੱਤਰਕਾਰ, ਬੜਾ ਮਹਾਨ ਕਵੀ, ਕਵੀ ਦਰਬਾਰਾਂ ਦੀ ਰੌਣਕ ਸਾਰੇ ਸਮਝਦੇ ਸਨ। ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ। ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ, ਕਿਉਂਕਿ ਦਾਸ ਧੰਨ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ ਹੈ, ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਨੂੰ। ਗੱਲ ਨਾਲ ਮੈਨੂੰ ਪਹਿਲੇ ਇਹ ਲਾਂਦਾ ਸੀ। ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ, ਜਦ ਮੈਂ ਪਹੁੰਚਿਆ, ਮੈਂ ਕਿਹਾ ਹੱਦ ਹੋ ਗਈ। ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ, ਬਾਕੀ ਤੇ ਮਿਲੇ। ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ, ਕਿਉਂਕਿ ਦੂਜੇ ਦਿਨ ਕਵੀ ਦਰਬਾਰ ਸੀ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ। ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ, ਉਸੇ ਰਾਗ ਦੇ ਗਾਣਾ ਹੁੰਦਾ ਹੈ। 30-35 ਜਥੇ ਪਹੁੰਚਦੇ ਨੇ, ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ, ਸ਼ਹਿਰਾਂ ਤੋਂ। ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ ਹੈ, 30-35 ਕਵੀ ਵੀ ਪਹੁੰਚਦੇ ਨੇ ਚੋਟੀ ਦੇ। ਮੈਂ ਦੇਖ ਕੇ ਦੰਗ ਰਹਿ ਗਿਆ, ਉਹਨਾਂ ਕਵੀਆਂ 'ਚ ਰੋਸ਼ਨ ਕੋਈ ਨਹੀਂ ਸੀ। ਨਿਰਵੈਰ ਇੱਕ ਕਵੀ ਦਿੱਲੀ ਦਾ, ਮੈਂ ਉਹਨੂੰ ਪੁੱਛ ਲਿਆ, ਮੈਂ ਕਿਹਾ ਤੁਹਾਡਾ ਮਿੱਤਰ ਕਿੱਥੇ ਹੈ? ਕਹਿੰਦਾ ਮਿੱਤਰ ਤੇ ਤੁਹਾਡਾ ਸੀ, ਤੁਹਾਨੂੰ ਨਹੀਂ ਪਤਾ। ਉਹਨੇ ਆਪਣੇ ਮਕਾਨ ਦੀ 4ਥੀ ਮੰਜ਼ਿਲ ਤੋਂ ਗਿਰ ਕੇ ਖੁਦਕਸ਼ੀ ਕੀਤੀ, ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ? ਮੈਂ ਕਿਹਾ ਕੁਝ ਦਿਨਾਂ ਤੋਂ ਮੈਨੂੰ ਕਹਿੰਦਾ ਸੀ ਜ਼ਿੰਦਗੀ ਦੀ ਰਿਪੀਟੇਸ਼ਨ ਹੈ, ਕੁਝ ਵੀ ਨਹੀਂ, ਪੁਨਰੁਕਤੀ ਹੈ। ਜਿਵੇਂ ਬਾਰ-ਬਾਰ ਸਵਾਸ ਲੈ ਰਹੇ ਹਾਂ, ਬਾਰ-ਬਾਰ ਖਾਈ ਜਾਓ, ਸਵੇਰੇ ਖਾ ਲਓ, ਸ਼ਾਮੀ ਖਾ ਲਓ, ਬਾਰ-ਬਾਰ ਪੀ ਜਾਓ, ਬਾਰ-ਬਾਰ ਸੌਣਾ ਹੈ, ਬਾਰ-ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕੀਨ ਜੀ, ਮੈਂ ਉਕਤਾ ਗਿਆ। ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ। ਮੈਂ ਕਿੱਥੇ ਤੱਕ ਰਿਪੀਟ ਕਰਾਂ? ਸਵੇਰੇ ਖਾ ਲਵਾਂ, ਸ਼ਾਮੀ ਫਿਰ ਖਾ ਲਵਾਂ, ਸੋ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੋ ਜਾਵਾਂ। ਇੱਥੇ ਉਹੀ ਕੁਝ ਕਰ ਰਹੇ ਹਾਂ, ਉਹੀ ਕੁਝ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਇੰਜ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਤਗੜਾ ਸੀ। ਕਹਿੰਦਾ ਸੀ ਮੈਂ ਇਸ ਰਿਪੀਟੇਸ਼ਨ ਵਿੱਚ ਨਹੀਂ ਜੀਵਣਾ, ਇਸ ਪੁਨਰੁਕਤੀ ਵਿੱਚ ਨਹੀਂ ਜੀਵਣਾ। ਮੈਂ ਕਿਹਾ ਠੀਕ ਹੈ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ, ਉਦਾਸ ਹੋ ਜਾਂਦੇ ਨੇ। ਮੈਂ ਕਿਹਾ ਸ਼ਾਇਰਾਂ ਦਾ ਸੁਭਾਅ ਹੁੰਦਾ ਹੈ,
कवियां दा सुभाव हुंदा है, मैं कदी सुपने च भी सोच नहीं सकदा सी कि उन्हें खुदकशी कर दें। कदी इस तरीके नाल आंकड़े इकट्ठे करोगे, दुनिया के बड़े बड़े चिंतक, दार्शनिक, फिलोसफर, कवि कम से कम 10% ने खुदकशी की, आत्महत्या की। हैरानगी होती है, ऐसा क्यों? वो कहते ने बार बार ओही कुछ मन इत्थे नहीं टिकता। रायपुर कवि दरबार सी ते मैं कहा चलो रोशन जी, कहने लगे हुण कवि दरबारां च भी जाण नूं मन नहीं करता। ओही संगत, ओही कवितावां, ओही माहौल, ओही लोकां दी वाह, ओही लोकां दा कहना रोशन जी कमाल कीता। कहंदा सुन सुन के तो मैं तंग आ गया। ओही कुछ नवीनता नहीं है। कुछ दिनों तो उदास मैं उसनूं जरूर देखिया सी, पर यह मैं सोच ही नहीं सकता सी कि खुदकशी है। हकीम मोमन खान मोमन बहादुर शाह दे दरबारी शायरां दे चों एक नामवर चोटी दा शायर। एक मरने पे ही हो जिसकी उम्मीद, ना उम्मीदी उसकी देखा चाहिए। कहता मेरी मायूसी देखो, आपां ते फैसला करी बैठे हां खुदकशी करनी है। एक मरने पे ही हो जिसकी उम्मीद, ना उम्मीदी उसकी देखा चाहिए। पर बात विच संभाल लै, हकीम सी, सियाणा सी, बुजुर्ग सी। अब तो घबरा के ये कहते हैं कि मर जाएंगे, और मर के भी चैन न पाया तो किधर जाएंगे। कहंदा फिर किथे जावांगा। हकीम मोमन खान मोमन उस वक्त इस्लामी जगत दा चोटी दा कुरान शरीफ दा वक्त आ, बड़ा बुलंद पाया शायर, और जिन्हों बहादुर शाह जफर वक्त दा ये बादशाह हिंदुस्तान दा उस्ताद जी करके बुलांदा सी, हजरत करके बुलांदा सी, झुक के सलाम करदा सी उसमें, भाई बुजुर्ग है, सियाणा है, उस्ताद है। कहते अब तो घबरा के ये कहते हैं कि मर जाएंगे, मर के भी चैन न पाया तो किधर जाएंगे। कहते मन किधरे भी नहीं टिकता। समा हो गया। स्वामी रामानंदा बोल कहते ने कत जाइए रे, मन किथे जाए, घर लागो रंग लग गया। मेरा चित न चलत मन भयो पंग, मन पिंगला हो गया, मन दे पैर ही टुट गए, गल खत्म। भूतकाल दियां यादां खत्म, भविष्य दी चिंता खत्म, पैर ही टुट गए। मेरा चित न चलत मन भयो पंग, एक दिवस मन भई उमंग, घस चंदा चंदन छोआ बहुत सुगंध, पूजन चाली ब्रह्म ठाए, सो ब्रह्म बतायो गुरु मन ही माए। जिस ब्रह्म नूं लोकी तीर्थां ते लभदे ने, मंदिरां च लभदे ने, मंदिर मस्जिद गुरुद्वारियां च लभदे ने, कहंदे ने मैं अपने अंदर लभ लिया। यही गुरु अमरदास जी कहंदे ने, इस मन को कोई खोजो भाई, मन खोजत नाम नौनिध पाई। नौनिध अमृत प्रभ का नाम, देही में इसका विश्राम। मंदिर गया होया उसे दा सफल, जिसने जीवन नू हरि मंदिर बना लिया। मस्जिद विच गया होया उसे दा सफल, जिहदी जिंदगी ही खाना खुदा बन गई। और गुरुद्वारे गया होया उसे दा सफल, जिसने अपने आप नू गुरु दा रूप बना लिया, ते गुरु मान नाल कह दे भी मेरा अपना ही रूप है। खालसा मेरो रूप है खास, खालसे मैं हूं करो निवास, कत जाइए रे घल रागो रंग। गालिब इसनों इंज बयान करता है, मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता।
कहंदा टुटे पैरां दा बड़ा एहसान है, आपां टिक गए, भटकना मिट गए। गल समझ च आ गई है, पर मैं हुण समझा नहीं सकता। दुनिया दे सारे संत भगतां ने कह दिता है, अकथ है जे हों जाना, जे मैं जान भी लिया आखा नाई, कहना नहीं, क्यों कहना कथन ना जाए, कथनी च नहीं आउंदा। क्या हो कथी कथे कथ देखा, मैं अकथ ना कथना जाए। जिन्हां इस अगम्मी दुनिया नूं प्राप्त कीता, उस दा कोई प्रत्यक्ष सबूत ना दे सके, और है भी नहीं। प्रत्यक्ष सबूत सीमत दा हुंदा, असीम दा नहीं हुंदा। जिन्हां ने उस अगम्मी दुनिया की झलक का आनंद माणिया, वो कोई प्रत्यक्ष सबूत दे ना सके। ते जिन्हां नूं इस अगम्मी दुनिया की झलक ना मिली, वो बड़े प्रबल झूठे सबूत इकट्ठे करके धुआंधार तकरीरां दे राहीं नास्तिकता नूं जन्म दे गए। मैं एक दफा फिर दोहरावां ते समाप्ति करां। कार्ल मार्क्स दे विचारां तो वक्ती तौर ते अद्धी दुनिया प्रभावित हो गई सी। चाइना, टैंजानिया, कोरिया, लाओस, कंबोडिया, चेकोस्लोवाकिया, बल्गारिया, पोलैंड, अद्धा जर्मनी, पूरा रशिया, ये सारा उस तो प्रभावित हो गया सी। इतनी दुनिया किसी वड्डे तो वड्डे पैगंबर तो भी प्रभावित नहीं हुई, क्योंकि पैगंबरां दी गल अंतर्मुखी है, ओदी गल सिर्फ बाहरमुखी सी। और जद कदी कोई मनुख पूर्ण तौर ते अंतर्मुखी हो जाता है, वही भगत है। ते भगती दी जो रूपरेखा धन गुरु ग्रंथ साहिब जी महाराज दी बाणी चित्र दी मैं फिर कल तुहाडे सामने रखने की कोशिश करांगा। समा हो गया। साहिब रहमत करन, बख्शिश करन, सानू उस अगम्य अवस्था की झलक देन, जिस झलक का धन गुरु नानक देव जी महाराज की बाणी जिक्र कर दिए। हुण आप गुरबाणी का एक शब्द कीर्तन के राही सरवण करो। आनंद साहब का पाठ, भुल चुक दी क्षमा। वाहिगुरू जी का खालसा, 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 वाहिगुरू।